ਰਿਵਾਨਕ ਪੰਜਾਬ ਦੀ ਨਿਊਜ਼ ਮੈਂ ਹਾਂ ਵਿਪਨ ਸੁਮਨ। ਸੋ ਸਾਡੇ ਦੇਸ਼ ਭਾਰਤ ਦੇ ਵਿੱਚ ਸਮੇਂ-ਸਮੇਂ ਤੇ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਨੇ ਅਵਤਾਰ ਧਾਰਿਆ ਤੇ ਉਸ ਅਵਤਾਰ ਰੂਪੀ ਰੂਪ ਦੇ ਵਿੱਚ ਉਹਨਾਂ ਨੇ ਇਸ ਸਮਾਜ ਨੂੰ ਸਿੱਧੇ ਰਾਹ ਦੇ ਉੱਤੇ ਪਾਉਣ ਦੇ ਲਈ ਬਹੁਤ ਸਾਰੇ ਵਚਨ, ਬਹੁਤ ਸਾਰੀ ਬਾਣੀ ਹੈ ਉਸ ਦਾ ਉਚਾਰਨ ਕੀਤਾ। ਉਹਨਾਂ ਹੀ ਸਾਧ ਸੰਤਾਂ ਦੇ ਵਿੱਚੋਂ ਇੱਕ ਸਤਿਗੁਰੂ ਹੋਏ ਨੇ, ਸਤਿਗੁਰੂ ਸ਼੍ਰੀ ਕਬੀਰ ਜੀ ਮਹਾਰਾਜ। ਅੱਜ ਉਹਨਾਂ ਦਾ 622ਵਾਂ ਪ੍ਰਕਾਸ਼ ਉਤਸਵ ਬੜੀ ਹੀ ਸ਼ਰਧਾਪੂਰਵਕ ਤਰੀਕੇ ਦੇ ਨਾਲ ਜਲੰਧਰ ਵਿਖੇ ਮਨਾਇਆ ਜਾ ਰਿਹਾ। ਅਸੀਂ ਜਲੰਧਰ ਦੇ ਸਤਿਗੁਰੂ ਕਬੀਰ ਮੰਦਿਰ ਵਿਖੇ ਪਹੁੰਚੇ ਹਾਂ ਤੇ ਇੱਥੋਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੋਵਿਡ-19 ਮਹਾਮਾਰੀ ਨੂੰ ਲੈ ਕੇ ਇੱਕ ਪੂਰਨ ਸੁਰੱਖਿਅਤ ਰੂਪ ਦੇ ਨਾਲ ਤਿਆਰੀਆਂ ਨੂੰ ਆਰੰਭ ਕੀਤਾ ਗਿਆ ਹੈ ਤੇ ਹੱਥ ਧੋਣ ਤੋਂ ਲੈ ਕੇ ਮਾਸਕ ਪਹਿਨਣਾ ਜ਼ਰੂਰੀ ਹੈ, ਉਸ ਦੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਪਾਲਣ ਹੈ ਉਹ ਗਵਰਨਮੈਂਟ ਦੇ ਆਦੇਸ਼ਾਂ ਅਨੁਸਾਰ ਇੱਥੇ ਮੰਦਿਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਸੋ ਸਤਿਗੁਰ ਕਬੀਰ ਜੀ ਮਹਾਰਾਜ ਜਿਨ੍ਹਾਂ ਨੇ ਰਾਮ ਤੇ ਅੱਲਾ ਨੂੰ ਇੱਕ ਦੱਸਿਆ, ਉਹਨਾਂ ਦੇ ਕਥਨ ਜਿਹੜੇ ਨੇ, ਉਹਨਾਂ ਦੇ ਜਿੰਨੇ ਵੀ ਸ਼ਲੋਕ ਨੇ ਉਹ ਸਮਾਜ ਨੂੰ ਸਿੱਧੇ ਰਾਹ ਦੇ ਉੱਤੇ ਪਾਉਂਦੇ ਨਜ਼ਰ ਆਏ ਨੇ। ਸੋ ਸਤਿਗੁਰ ਕਬੀਰ ਜੀ ਦੀਆਂ ਸਿੱਖਿਆਵਾਂ ਦੇ ਵਿੱਚ ਬਿਹਤਰੀਨ ਤਰੀਕੇ ਦੇ ਨਾਲ ਮੰਦਿਰ ਪ੍ਰਸ਼ਾਸਨ ਤੋਂ ਜਾਣਦੇ ਹਾਂ। ਸਤਿਗੁਰ ਮਹਾਰਾਜ ਸ਼੍ਰੀ ਕਬੀਰ ਜੀ ਦੀ ਜਯੰਤੀ ਦੇ ਦਿਵਸ ਮੌਕੇ ਅੱਜ ਅਸੀਂ ਜਲੰਧਰ ਦੇ ਮੰਦਿਰ ਵਿਖੇ ਆਣ ਪਹੁੰਚੇ ਹਾਂ। ਸੋ ਇੱਥੋਂ ਦੇ ਪ੍ਰਧਾਨ ਸਾਹਿਬ ਨੇ ਰਕੇਸ਼ ਕੁਮਾਰ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਦੇ। ਤੇ ਅੱਜ ਸਤਿਗੁਰੂ ਕਬੀਰ ਸਾਹਿਬ ਜੀ ਦਾ 622ਵਾਂ ਪ੍ਰਕਾਸ਼ ਉਤਸਵ ਬੜੀ ਸ਼ਰਧਾਪੂਰਵਕ ਪੂਰੇ ਸੰਸਾਰ ਦੇ ਭਰ ਦੇ ਵਿੱਚ ਮਨਾਇਆ ਜਾ ਰਿਹਾ। ਉਹਦੇ ਸਬੰਧ ਦੇ ਵਿੱਚ ਹੀ ਅਸੀਂ ਵੀ ਅੱਜ ਇੱਥੇ ਪ੍ਰੋਗਰਾਮ ਰੱਖਿਆ ਹੈ, ਪਰ ਜਿੱਥੇ ਕਰੋਨਾ ਵਾਇਰਸ ਦੀ ਬਿਮਾਰੀ ਨੇ ਸਾਰੇ ਹੀ ਸੰਸਾਰ ਨੂੰ ਆਪਣੀ ਚਪੇਟ ਦੇ ਵਿੱਚ ਲਿਆ ਹੋਇਆ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਵੀ ਸਰਕਾਰ ਦੇ ਨਾਲ ਪੂਰੀ ਸਹਿਮਤੀ ਕਰਦੇ ਹੋਏ ਇਸ ਵਾਰ ਨਾ ਤਾਂ ਕੋਈ ਪ੍ਰਭਾਤ ਫੇਰੀ ਕੱਢੀ ਹੈ ਔਰ ਨਾ ਹੀ ਅਸੀਂ ਸ਼ੋਭਾ ਯਾਤਰਾ ਜਿਹੜੀ ਕਿ ਬੜੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਲੰਧਰ ਦੇ ਵਿੱਚ ਹਰ ਸਾਲ ਹੁੰਦੀ ਸੀ, ਇਸ ਸਾਲ ਅਸੀਂ ਉਸ ਨੂੰ ਨਹੀਂ ਨਿਕਾਲਿਆ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਜਿੱਥੇ ਵੀ ਅਸੀਂ ਜ਼ਿਆਦਾ ਰਸ਼ ਕਰਾਂਗੇ ਉਹ ਕਿਤੇ ਨਾ ਕਿਤੇ ਸਾਡੇ ਲਈ ਹੀ ਘਾਤਕ ਹੈ। ਇਸ ਕਰਕੇ ਇਸ ਨੂੰ ਦੇਖਦੇ ਹੋਏ ਅੱਜ ਵੀ ਜਿਹੜਾ ਅਸੀਂ ਪ੍ਰੋਗਰਾਮ ਮੰਦਿਰ ਦੇ ਵਿੱਚ ਰੱਖਿਆ ਹੈ ਉਹਦੇ ਵਿੱਚ ਅਸੀਂ ਪੂਰਾ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਹੈ, ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵਾਸ਼ਵੇਸ਼ਨ ਤੋਂ ਪਹਿਲਾਂ ਅਸੀਂ ਜਿਹੜਾ ਵੀ ਕੋਈ ਅੰਦਰ ਐਂਟਰ ਕਰਦਾ ਹੈ ਉਹਦੇ ਹੈਂਡ ਵਾਸ਼ ਕਰਵਾਉਂਦੇ ਹਾਂ, ਉਸ ਤੋਂ ਬਾਅਦ ਸੈਨੀਟਾਈਜ਼ ਕਰਵਾਉਂਦੇ ਹਾਂ ਔਰ ਮੱਥਾ ਟੇਕਣ ਲੱਗਿਆ ਵੀ ਅਸੀਂ ਪੂਰਾ ਡਿਸਟੈਂਸ ਦਾ ਧਿਆਨ ਰੱਖਦੇ ਹਾਂ। ਤੇ ਸਾਡੀ ਵੱਧ ਤੋਂ ਵੱਧ ਇਹੀ ਕੋਸ਼ਿਸ਼ ਹੈ ਕਿ ਸਿਰਫ ਦਰਬਾਰ ਦੇ ਵਿੱਚ ਅਸੀਂ ਕੀਰਤਨ ਕਰਨਾ ਹੈ ਔਰ ਅਸੀਂ ਸਪੈਸ਼ਲੀ ਸੋਸ਼ਲ ਮੀਡੀਆ ਦੇ ਦੁਆਰਾ ਪਹਿਲਾਂ ਹੀ ਹਰ ਇੱਕ ਨੂੰ ਮੈਸੇਜ ਭੇਜਿਆ ਹੈ ਕਿ ਜਿਹੜੀ ਵੀ ਸੰਗਤ ਹੈ ਉਹ ਸੰਗਤ ਇਹੋ ਹੀ ਕੋਸ਼ਿਸ਼ ਕਰੇ ਕਿ ਘਰ ਦੇ ਵਿੱਚ ਰਹਿ ਕੇ ਹੀ ਬਾਣੀ ਦਾ ਜਿਹੜਾ ਹੈ ਗੁਣਗਾਨ ਕਰੇ, ਬਾਣੀ ਨੂੰ ਸਰਵਣ ਕਰੇ ਔਰ ਇਹੀ ਅਰਦਾਸ ਕਰੇ ਕਿ ਪਰਮਾਤਮਾ ਜਲਦੀ ਤੋਂ ਜਲਦੀ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਹਟਾਏ ਤੇ ਜਿਹੜਾ ਸਾਰਾ ਸੰਸਾਰ ਹੈ ਉਹ ਸੁੱਖ ਤੇ ਸ਼ਾਂਤੀ ਦੇ ਨਾਲ ਰਹੇ। ਸੋ ਜਿੱਦਾਂ ਕਿ ਅਸੀਂ ਮੰਦਿਰ ਪਰਿਸਰ ਦੇ ਵਿੱਚ ਦੇਖ ਰਹੇ ਹਾਂ ਕਿ ਇੱਥੇ ਹਰ ਤਰ੍ਹਾਂ ਦੀ ਜਿਹੜੀ ਸੁਰੱਖਿਆ ਹੈ ਕਰੋਨਾ ਵਾਇਰਸ ਦੇ ਮੱਦੇਨਜ਼ਰ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਜਿਹੜੇ ਕਾਰਜ ਨੇ ਉਹ ਲਿਖੇ ਗਏ ਨੇ। ਸੋ ਸੋਸ਼ਲ ਡਿਸਟੈਂਸਿੰਗ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਜੋ ਕਿ ਪ੍ਰਧਾਨ ਸਾਹਿਬ ਵੱਲੋਂ ਆਦੇਸ਼ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਬਾਣੀ ਦਾ ਜਾਪ ਕਰਦੇ ਹੋਏ ਅੱਜ ਦੇ ਇਸ ਦਿਹਾੜੇ ਸੰਬੰਧੀ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਨੂੰ ਦੂਣ ਸਵਾਇਆ ਕਰਨਾ ਚਾਹੀਦਾ ਹੈ।
ਸਤਿਗੁਰੂ ਕਬੀਰ ਮਹਾਰਾਜ ਜੀ ਦੇ 622ਵੇਂ ਪ੍ਰਕਾਸ਼ ਉਤਸਵ ਦੇ ਦਿਹਾੜੇ ਦੇ ਵਿੱਚ ਅੱਜ ਅਸੀਂ ਜਲੰਧਰ ਵਿਖੇ ਆਣ ਪਹੁੰਚੇ ਹਾਂ ਜੀ ਤੇ ਅਣਖ ਪੰਜਾਬ ਦੀ ਟੀਮ ਵੱਲੋਂ ਅੱਜ ਦੀ ਇਹ ਕਵਰੇਜ ਕੀਤੀ ਜਾ ਰਹੀ ਹੈ। ਇਸ ਦੇ ਸੰਬੰਧ ਦੇ ਵਿੱਚ ਸਾਡੇ ਨਾਲ ਜਿਹੜੇ ਮੰਦਿਰ ਦੇ ਪ੍ਰਧਾਨ ਨੇ ਆਚਾਰੀਆ ਜਗਦੀਸ਼ ਦਾਸ ਜੀ, ਉਹ ਸਾਡੇ ਨਾਲ ਮੌਜੂਦ ਨੇ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਕਬੀਰ ਜੀ ਦੀਆਂ ਕੀ ਸਿੱਖਿਆਵਾਂ ਸਨ, ਉਹਨਾਂ ਦਾ ਕੀ ਉਪਦੇਸ਼ ਸੀ ਜੋ ਕਿ ਪੂਰੇ ਸਮਸਤ ਸੰਸਾਰ ਨੂੰ ਸਿੱਧੇ ਰਾਹ ਤੇ ਪਾਉਣ ਦੇ ਲਈ ਉਹਨਾਂ ਵੱਲੋਂ ਦਿੱਤਾ ਗਿਆ ਸੀ। ਧੰਨ ਕਬੀਰ, ਜੈ ਕਬੀਰ। ਜਿਵੇਂ ਅੱਜ ਸਾਰੇ ਅਸੀਂ ਜਾਣਦੇ ਹਾਂ ਕਿ ਸਤਿਗੁਰੂ ਕਬੀਰ ਸਾਹਿਬ ਜੀ ਦਾ 622ਵਾਂ ਪ੍ਰਕਾਸ਼ ਪਰਵ ਜੋ ਪੂਰੀ ਮਾਨਵਤਾ ਮਨਾ ਰਹੀ ਹੈ, ਔਰ ਸਤਿਗੁਰੂ ਕਬੀਰ ਸਾਹਿਬ ਜਿਨ੍ਹਾਂ ਦਾ ਸਨਮਾਨ ਪੂਰਾ ਵਿਸ਼ਵ ਕਰਦਾ ਹੈ, ਪਰ ਉਹਨਾਂ ਦੀ ਅਨਮੋਲ ਬਾਣੀ ਜੋ ਹੈ, ਜੋ ਉਹਨਾਂ ਦੇ ਮੁਖਾਰਬਿੰਦ ਤੋਂ ਉਚਰੀ ਹੋਈ ਬਾਣੀ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਸ਼ੁਭਾਇਮਾਨ ਹੈ। ਔਰ ਉਸ ਤੋਂ ਅਲੱਗ ਜਿਤਨੀਆਂ ਬਾਣੀਆਂ ਹਨ ਉਹ ਬੀਜਕ ਮੂਲ ਬੀਜਕ ਬਾਣੀ ਹੈ। ਕਬੀਰ ਗ੍ਰੰਥਾਵਲੀ ਹੈ, ਕਬੀਰ ਸ਼ਬਦਾਵਲੀ ਹੈ, ਕਬੀਰ ਮਨਸੂਰ ਹੈ, ਗੁਰੂ ਗ੍ਰੰਥ ਮਹਾਬੀਜਕ ਹੈ। ਇਹ ਜਿਤਨੇ ਵੀ ਸੰਗ੍ਰਹਿ ਹਨ, ਇਹ ਸਾਰੀਆਂ ਬਾਣੀਆਂ ਸਤਿਗੁਰੂ ਕਬੀਰ ਸਾਹਿਬ ਜੀ ਨੇ ਅਗਰ ਰਚੀਆਂ ਹਨ ਤਾਂ ਆਪਣੇ ਵਾਸਤੇ ਨਹੀਂ, ਉਹ ਸੰਪੂਰਨ ਮਾਨਵਤਾ ਦੇ ਭਲੇ ਵਾਸਤੇ, ਸੰਪੂਰਨ ਮਾਨਵਤਾ ਦੀ ਭਲਾਈ ਵਾਸਤੇ ਸਤਿਗੁਰੂ ਕਬੀਰ ਸਾਹਿਬ ਜੀ ਦੀ ਸਾਖੀ ਹੈ। ਜੋ ਉਹਨਾਂ ਨੇ ਸਤਿਗੁਰੂ ਕਬੀਰ ਸਾਹਿਬ ਨੇ ਮਾਨਵਤਾ ਦੇ ਉੱਪਰ ਜਿਤਨਾ ਕਿਹਾ ਹੈ ਉਤਨਾ ਸ਼ਾਇਦ ਕਿਸੇ ਹੋਰ ਸੰਤ ਨੇ ਕਿਹਾ ਹੋਵੇ। ਪਰ ਉਹ ਸੱਚਾਈ ਨੂੰ ਕਹਿਣ ਵਾਸਤੇ ਜੋ ਉਹਨਾਂ ਨੂੰ ਤਸੀਹੇ ਸਹਿਣੇ ਪਏ ਉਸ ਵੇਲੇ, ਸਿਕੰਦਰ ਲੋਧੀ, ਸ਼ੇਖ ਤਕੀ ਜੀ ਵਰਗਿਆਂ ਨੇ ਪੂਰੀ ਆਪਣੀ ਤਾਕਤ ਜਿਹੜੀ ਸੀ, ਸ਼ਾਸਕ ਦੀ ਤਾਕਤ ਜਿਹੜੀ ਸੀ, ਉਹ ਲਗਾ ਕੇ ਉਹਨਾਂ ਨੂੰ ਖਤਮ ਕਰਨਾ ਚਾਹਿਆ। ਪਰ ਸਤਿਗੁਰੂ ਆਖਦੇ ਹਨ ਕਿ ਸਾਂਚੇ ਸਰਾਪ ਨਾ ਲਾਗੇ ਹੈ, ਸਾਂਚੇ ਕਾਲ ਨਾ ਖਾਏ। ਬਈ ਸੱਚ ਨੂੰ ਕਦੇ ਵੀ ਆਂਚ ਨਹੀਂ ਹੈ। ਇਹੀ ਉਪਦੇਸ਼ ਸਤਿਗੁਰੂ ਕਬੀਰ ਸਾਹਿਬ ਜੀ ਦਾ ਹੈ ਕਿ ਜਿਉ ਬਿਨਾ ਜਿਉ ਬਾਂਚੇ ਨਹੀਂ, ਜਿਉ ਕਾ ਜਿਉ ਆਧਾਰ, ਜਿਉ ਦਿਆ ਕਰ ਪਾਲੀਏ, ਪੰਡਿਤ ਕਰੋ ਵਿਚਾਰ। ਕਿ ਇਹ ਗਿਆਨਵਾਨ, ਇਹ ਬੁੱਧੀਮਾਨ, ਤੂੰ ਇਹ ਵਿਚਾਰ ਕਰ, ਕਿਉਂਕਿ ਜੀਵ ਦਾ ਉਧਾਰ ਜਿਹੜਾ ਹੈ ਉਹ ਜੀਵ ਕਰਦਾ ਹੈ। ਕਿਉਂਕਿ ਸਭ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ, ਸਭ ਦੇ ਵਿੱਚ ਇੱਕੋ ਹੀ ਤੱਤਵ ਹੈ, ਸਭ ਦੇ ਵਿੱਚ ਇੱਕੋ ਹੀ ਜੋਤ ਹੈ। ਸਤਿਗੁਰੂ ਸਾਹਿਬ ਕਹਿੰਦੇ ਹਨ ਕਿ ਸਾਈਂ ਕੇ ਸਭ ਜੀਵ ਹੈ। ਉਹਨਾਂ ਦਾ ਮੁੱਖ ਉਪਦੇਸ਼ ਜਿਹੜਾ ਹੈ ਉਹ ਕਿਸੇ ਨੂੰ ਵੀ, ਕੀੜੀ ਤੋਂ ਲੈ ਕੇ ਹਾਥੀ ਤੱਕ, ਮਾਨਵ ਤੋਂ ਲੈ ਕੇ ਪਸ਼ੂ ਜੋਨੀ ਤੱਕ, ਕਿਸੇ ਨੂੰ ਵੀ ਮਾਰਨ ਦਾ ਅਧਿਕਾਰ ਪਰਮਾਤਮਾ ਨੇ ਕਿਸੇ ਨੂੰ ਨਹੀਂ ਦਿੱਤਾ। ਆਪ ਜੀ ਦਾ ਫਰਮਾਨ ਹੈ ਕਿ ਜਿਉ ਬਿਨਾ ਜਿਉ ਬਾਂਚੇ ਨਹੀਂ, ਜਿਉ ਕਾ ਜਿਉ ਆਧਾਰ, ਜਿਉ ਦਿਆ ਕਰ ਪਾਲੀਏ, ਪੰਡਿਤ ਕਰੋ ਵਿਚਾਰ। ਸਾਈਂ ਕੇ ਸਭ ਜੀਵ ਹੈ। ਸਾਈਂ ਮੈਨੇ, ਸਾਈਂ ਉਹ ਪਰਮਾਤਮਾ ਜਿਹੜਾ ਹੈ, ਉਹ ਜੋ ਸਰਵ ਵਿਆਪਕ ਹੈ, ਜੋ ਕਣ ਕਣ ਦੇ ਵਿੱਚ ਹੈ, ਜੋ ਘਟ ਘਟ ਦੇ ਵਿੱਚ ਹੈ, ਉਹ ਪਰਮਾਤਮਾ ਦੇ ਹੀ ਸਾਰੇ ਜੀਵ ਹਨ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਪਦ ਹੈ ਕਿ ਏਕ ਨੂਰ ਤੇ ਸਭ ਜਗ ਉਪਜੈ, ਕੌਣ ਭਲੇ ਕੋ ਮੰਦੇ। ਕਿਉਂਕਿ ਜੇ ਸਾਰੇ ਭਲੇ ਹਨ, ਜਦ ਕਿ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਹ ਸਿਰਜਣਹਾਰ ਹੈ, ਫਿਰ ਬੁਰਾ ਕੌਣ ਹੈ ਤੇ ਅੱਛਾ ਕੌਣ ਹੈ। ਇਸ ਕਰਕੇ ਸਤਿਗੁਰੂ ਕਬੀਰ ਸਾਹਿਬ ਦੇ ਉਪਦੇਸ਼, ਅੱਜ ਉਹਨਾਂ ਦਾ ਗੁਰਪੁਰਬ ਹੈ, ਪ੍ਰਕਾਸ਼ ਪਰਵ ਹੈ, ਇਸ ਦਿਨ ਦੇ ਉੱਪਰ ਸਾਰੀ ਮਾਨਵਤਾ ਨੂੰ ਉਹਨਾਂ ਦੇ ਉਪਦੇਸ਼ਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ। ਕਥਨ ਕਰਨ ਦੀ ਜ਼ਰੂਰਤ ਨਹੀਂ ਹੈ। ਕਥਨ ਕਰਦਿਆਂ ਤਾਂ ਬਹੁਤ ਸਮਾਂ ਬੀਤ ਗਿਆ ਹੈ। ਅੱਜ ਜਿਹੜਾ ਸਮਾਂ ਚੱਲ ਰਿਹਾ ਹੈ, ਅੱਜ ਤਰਾਸਦੀ ਹੋਈ ਹੈ, ਅੱਜ ਦੁਨੀਆ ਤਰਾਹੀ ਮਾਮ ਕਰ ਰਹੀ ਹੈ। ਉਹ ਤਰਾਹੀ ਮਾਮ ਤੋਂ ਬਚਣ ਵਾਸਤੇ ਸਾਨੂੰ ਚਾਹੀਦਾ ਹੈ ਕਿ ਇੱਕੋ ਇੱਕ ਮਾਰਗ ਹੈ, ਉਹ ਹੈ ਮਾਨਵਤਾ ਨਾਲ ਪ੍ਰੇਮ। ਪ੍ਰੇਮ ਪ੍ਰੇਮ ਸਭ ਕੋ ਕਹੇ, ਪ੍ਰੇਮ ਨਾ ਚੀਨੇ ਕੋਏ, ਜਿਸ ਮਾਰਗ ਸਾਹਿਬ ਮਿਲੇ, ਪ੍ਰੇਮ ਕਹਾਵੇ ਸੋਏ। ਇਹ ਸੱਚਾਈ ਨੂੰ ਕਹਿਣ ਵਾਸਤੇ ਉਸ ਵੇਲੇ ਸਤਿਗੁਰੂ ਕਬੀਰ ਸਾਹਿਬ ਜੀ ਨੂੰ ਅਗਨੀ ਦੇ ਵਿੱਚ ਸੁੱਟਿਆ ਗਿਆ, ਜਲ ਦੇ ਵਿੱਚ ਡੁੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਹਾਥੀ ਦੇ ਅੱਗੇ ਸੁੱਟਿਆ ਗਿਆ। ਲੇਕਿਨ ਸਤਿਗੁਰੂ ਕਬੀਰ ਸਾਹਿਬ ਦੇ ਸਿਰ ਦੇ ਉੱਪਰ ਉਹ ਪਰਮਾਤਮਾ ਆਪ ਸੀ। ਕਿਉਂਕਿ ਆਪ ਜੀ ਦੀ ਬਾਣੀਆਂ ਦਾ ਫਰਮਾਨ ਹੈ, ਤੂੰ ਮੇਰਾ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ,
ना तुम डोलो हो ना हम गिरते राख लेनी हर मेरी। तो ये उपदेश ਜਿਹੜੇ ਸਨ ਸਤਿਗੁਰੂ ਕਬੀਰ ਸਾਹਿਬ ਦੇ ਮਾਨਤਾ ਨੂੰ ਜਿੰਦਾ ਰੱਖਣ ਵਾਸਤੇ ਉਹ ਆਖਦੇ ਹਨ ਕਿ ਜੇ ਤੂੰ ਬ੍ਰਾਹਮਣ ਹੈ, ਜਨੇਊ ਪਹਿਨ ਕੇ ਬ੍ਰਾਹਮਣ ਹੁੰਦਾ ਹੈ, ਸਾਡੇ ਗਲ ਦੇ ਵਿੱਚ ਤਾਂ ਤਾਣੇ ਪਏ ਹੁੰਦੇ ਹਨ। ਤੁਮ ਘਰ ਹਮ ਘਰ ਸੂਤ ਤਨੈ ਨਿਤ ਤਾਣਾ ਕੰਠ ਜਨੇਊ ਤੁਮਾਰੇ। तुम जो पढ़ो वेद गायत्री गोविंद हृदय हमारे। मेरी जिह्वा विष्णु नैन नारायण हृदय बसे गोविंदा। जम द्वार जब पूछस भवरे तब क्या कहत मुकंदा। कि मेरे घर के अंदर वो परमात्मा बसदा है, मेरी अखां दे विच परमात्मा दा वास है। इस करके तू मानता नूं ममता नालों जुदा करदा है। तू कहंदा है ब्राह्मण अलग है, ईसाई अलग है, शूद्र अलग है, वैश्य अलग है, क्षत्रिय अलग है। लेकिन सतगुरु कहते कि एक नूर ते सब जग उपजै कौन भले को मंदे। इस करके अज दे दिन ते सानू पूरी मानता नू चाहिदा है कि सतगुरु कबीर साहब की बाणी जो सार्थक बाणी है, जो इंसान नू इंसान नाल प्रेम करना सिखाउंदी है, जो नफरत नू खत्म करदी है, जो साडा हिरदा शुद्ध करदी है। क्योंकि जब तक इंसान का हिरदा शुद्ध नहीं है, चाहे कितना भी बड़ा हो जाए। सतगुरु कहते ऊंचे कुल में जन्मया, ऊंचे कुल में जन्मया करनी ऊंच ना होए। कनक कलश मदिरा भरा साधु निंदा सोए। जे मानव चाहे किसी उच्चे कुल जमया है, उन्हें जन्म लिया है, लेकिन अगर उसका हिरदा गंदा है तो उस पात्र वांग है ਜਾਂ ਸੋਨੇ ਦਾ ਪਾਤਰ ਉਸ ਵਿੱਚ ਮਦਰਾ ਪਾ ਦਿੱਤੀ ਜਾਏ तो ਗੰਦਾ ਹੋ ਜਾਂਦਾ ਹੈ। ਉਸੇ ਤਰ੍ਹਾਂ ਇਨਸਾਨ ਦਾ ਮਨ ਵੀ ਜਿਹੜਾ ਹੈ ਉਹ ਬੁਰਾਈਆਂ ਕਰਕੇ, ਬੁਰੇ ਵਿਚਾਰਾਂ ਕਰਕੇ ਉਹਦਾ ਮਨ ਜਿਹੜਾ ਹੈ ਉਹ ਗੰਦਾ ਹੋ ਜਾਂਦਾ ਹੈ, ਜਿਸ ਕਰਕੇ ਉਹ ਉਸ ਪਰਮਾਤਮਾ ਦੇ ਨਜ਼ਦੀਕ ਨਹੀਂ ਜਾ ਸਕਦਾ, ਉਹਦਾ ਅਨੁਭਵ ਨਹੀਂ ਕਰ ਸਕਦਾ ਹੈ। तो ਅੱਜ ਦੇ ਦਿਨ 'ਤੇ ਸਤਿਗੁਰੂ ਕਬੀਰ ਸਾਹਿਬ ਜੀ ਦੇ 622ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਅਸੀਂ ਸਾਰੀ ਮਾਨਤਾ ਨੂੰ ਇਹ ਸੰਦੇਸ਼ ਦਿੰਦੇ ਹਾਂ कि सतगुरु कबीर साहब जी के विचारों नूं, उन्हां बचनों नूं ग्रहण किया जाए। और उस सब तो वड्डी विचार जिहड़ी यही है कि उन्हां वचनों के उपर चलना जरूरी है। अज बहुत जरूरी है कि उन्हां वचनों नूं ग्रहण करते उसके उपर चलिया जाए, उसनूं अपने धारण किया जाए। तदे साडी लोकाई जिहड़ी है, जिहड़ी नफरत अज फैली हुई है संसार दे विच, व्यापत है नफरत, बहुत ज़्यादा नफरत फैली हुई है। वो नफरत तदे ठीक हो सकती है जे असी उन्होंने विचारों को अपनाइए। अज के दिन के उपर समूची मानता नूं सतगुरु कबीर मुख मंदिर वालों बहुत बहुत बधाई है कि असी यह एडे महान सतगुरु महापुरुष का गुरपुरब मना रहे हैं। सब नूं बहुत बहुत बधाई है। ये चैनल जो है अणख पंजाब दी, असी बड़े इन्हें धन्नवादी इन्हें दे कैमरामैन दे और माइक वाले साथी दे कि जिन्हों ने सानू अपना विचार जिहड़ा है, मेरा विचार नहीं, सतगुरु कबीर साहब की जो विचार है उन्होंने जन जन तक पहुँचाने वास्ते बहुत बड़ा उपराला इन्हों का है। असीं इन्हां दा बहुत बहुत धन्नवाद करते हैं कि जिन्होंने सानू कुछ कहने का मौका दिता है। फिर बहुत बहुत ये चैनल का बहुत बहुत धन्नवाद। धन कबीर जय कबीर। सो अज श्री गुरु कबीर जी महाराज जी की जयंती के उत्ते सानू जिहड़ियां उन्हां दियां सिक्ख्यावां ने उन्हां दे बारे विच होर ज़्यादा बेहतरीन तरीके दे नाल जाणू करवाया आचार्य जगदीश दास जी ने। सो उन्हां दियां सिक्ख्यावां दे उत्ते सानू चलण दी लोड़ है। कबीर महाराज जी दे दिते गए उपदेशां दे उत्ते अज समस्त संसार नूं चलण दी लोड़ है, ताकि असीं आपसी मतभेदां नूं दूर करके एक इंसानियत दे रास्ते उत्ते अगे वधीए। मैं अणख पंजाब की टीम का बहुत धन्यवाद करता हाँ कि उन्होंने ਸਾਡੇ ਸਤਿਗੁਰੂ ਕਬੀਰ ਸਾਹਿਬ ਜੀ ਦੀ 622ਵਾਂ ਪ੍ਰਕਾਸ਼ ਉਤਸਵ ਦੀ ਨਿਊਜ਼ ਲਾ ਕੇ ਉਹਨਾਂ ਦੀ ਸ਼ੋਭਾ ਨੂੰ ਵਧਾਇਆ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਣਖ ਪੰਜਾਬ ਨਿਊਜ਼ ਦਾ, ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੈ ਕਬੀਰ ਧੰਨ ਕਬੀਰ। अवल अल्लाह नूर उपाया कुदरत के सब बंदे, एक नूर ते सब जग उपजो कौन भले कौ मंदे। सतगुर कबीर जी महाराज जी दे मुखों उचारण हुई ये बाणी दियां तुकां ने। सो अज सानू सब नू सारिਆਂ ਨੂੰ इकजुट होकर सतगुर कबीर जी महाराज जी दियां दित्तियां होईयां सिक्ख्यावां दे उत्ते ਚੱਲਣ ਦੀ ਲੋੜ है। सो अज 622वां प्रकाश पुरब जलंधर दे विच बड़े उत्साहपूर्वक मनाया गया। इस दे नाल ही कोविड-19 ਨੂੰ ਲੈ ਕੇ जो गाइडलाइनस जारी कीतियां गईयां सी उन्हां ਨੂੰ मद्देनज़र रखते हुए प्रॉपर सोशल डिस्टेंसिंग दे नाल हत्थां नूं सैनीटाइज़र करके ते मास्क पहन के जिहड़ा अज दा इह दिहाड़ा वो मनाया गया। सो कैमरामैन अश्विन दे नाल मैं विपन सुमन, अणख पंजाब दी न्यूज़।